ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀਓ। ਗੁਰਬਾਣੀ ਦੀਆਂ ਇਹ ਤੁਕਾਂ ਸ੍ਰੀ ਜਪਜੀ ਸਾਹਿਬ ਦੀ 23ਵੀਂ ਪੌੜੀ ਹੈ। ਆਓ ਇਹਨਾਂ ਤੁਕਾਂ ਦੇ ਅਰਥ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰਾਂ ਕਰਨ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਗੁਰਬਾਣੀ ਦੀ ਪੂਰੀ ਵਿਆਖਿਆ ਸ਼ਾਇਦ ਅਸੀਂ ਕਦੇ ਵੀ ਨਹੀਂ ਕਰ ਸਕਾਂਗੇ, ਕਿਉਂਕਿ ਗੁਰਬਾਣੀ ਗਹਿਰੀ ਹੈ। ਓਨੀ ਗਹਿਰਾਈ ਅਜੇ ਸਾਡੀ ਨਹੀਂ ਹੈ, ਲੇਕਿਨ ਫਿਰ ਵੀ ਵਿਚਾਰ ਕਰਨੀ ਚਾਹੀਦੀ ਹੈ, ਵਿਚਾਰ ਸੁਣਨੀ ਚਾਹੀਦੀ ਹੈ, ਕਿਉਂਕਿ ਵਿਚਾਰ ਕਰਦਿਆਂ ਕਰਦਿਆਂ ਕੋਈ ਪੀਡੀ ਗੰਢ ਵੀ ਖੁੱਲ੍ਹ ਜਾਂਦੀ ਹੈ। ਵਿਚਾਰ ਕਰਦਿਆਂ ਕਰਦਿਆਂ ਗੱਲ ਰਾਹੇ ਪੈ ਜਾਂਦੀ ਹੈ, ਕੋਈ ਨਾ ਕੋਈ ਰਸਤਾ ਨਿਕਲ ਆਉਂਦਾ ਹੈ। ਇਸ ਲਈ ਵਿਚਾਰ ਕਰਨੀ ਚਾਹੀਦੀ ਹੈ, ਵਿਚਾਰ ਸੁਣਨੀ ਚਾਹੀਦੀ ਹੈ। ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਆਮ ਜਨ ਸਧਾਰਨ ਲੋਕ ਅਤੇ ਸਾਡੇ ਵਿੱਚੋਂ ਆਪਣੇ ਆਪ ਨੂੰ ਧਾਰਮਿਕ ਸਮਝਣ ਵਾਲੇ ਲੋਕ, ਅਸੀਂ ਸਾਰੇ ਹੀ ਕੋਈ ਨਾ ਕੋਈ ਧਰਮ ਦਾ ਕਰਮ ਕਰਦੇ ਹਾਂ, ਧਰਮ ਕਰਮ ਕਰਦੇ ਹਾਂ। ਕੋਈ ਪਾਠ ਕਰਦਾ ਹੈ, ਉਹ ਭਾਵੇਂ ਕਿਸੇ ਵੀ ਗ੍ਰੰਥ ਦਾ ਪਾਠ ਕਰਦਾ ਹੈ, ਕਿਉਂਕਿ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੈ, ਕੋਈ ਗੀਤਾ ਦਾ ਪਾਠ ਕਰਦਾ ਹੈ, ਕੋਈ ਕੁਰਾਨ ਦਾ ਪਾਠ ਕਰਦਾ ਹੈ, ਕੋਈ ਬਾਈਬਲ ਦਾ ਪਾਠ ਕਰਦਾ ਹੈ, ਕੋਈ ਰਾਮਾਇਣ ਦਾ ਪਾਠ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਪਾਠ ਕਰਦਾ ਹੈ, ਕੋਈ ਤੀਰਥ ਉੱਤੇ ਇਸ਼ਨਾਨ ਕਰਨ ਜਾਂਦਾ ਹੈ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ। ਕੋਈ ਮਨੁੱਖ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਅਭਿਆਸ ਕਰਦਾ ਹੈ। ਕੋਈ ਮਨੁੱਖ ਆਪਣੇ ਆਪ ਨੂੰ ਸੰਜਮ ਵਿੱਚ ਸਾਧਣ ਲੱਗਾ ਹੋਇਆ ਹੈ। ਕੋਈ ਮਨੁੱਖ ਵਿਸ਼ੇਸ਼ ਤਰ੍ਹਾਂ ਦੀ ਮਰਿਆਦਾ ਨੂੰ ਸਾਂਭ ਰਿਹਾ ਹੈ, ਮਰਿਆਦਾ ਵਿੱਚ ਲੱਗਾ ਹੋਇਆ ਹੈ। ਕਿਸੇ ਮਨੁੱਖ ਨੇ ਕੋਈ ਵਿਸ਼ੇਸ਼ ਤਰ੍ਹਾਂ ਦਾ ਭੇਖ ਪਹਿਰਾਵਾ ਪਹਿਨਿਆ ਹੋਇਆ ਹੈ। ਗੱਲ ਕੀ, ਅਸੀਂ ਸਾਰੇ ਹੀ ਮਨੁੱਖ ਆਪਣੀ ਆਪਣੀ ਸਮਝ ਅਨੁਸਾਰ, ਆਪਣੇ ਆਪਣੇ ਧਰਮ ਅਨੁਸਾਰ ਧਰਮ ਕਰਮ ਕਰਨ ਵਿੱਚ ਲੱਗੇ ਹੋਏ ਹਾਂ। ਲੇਕਿਨ ਗੁਰਬਾਣੀ ਦੀਆਂ ਇਹਨਾਂ ਤੁਕਾਂ ਦੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਹਨ,
ਕਿ ਇਹ ਸਾਰੇ ਲੋਕ ਧਰਮ ਦਾ ਕਰਮ ਕਰਨ ਤਾਂ ਲੱਗੇ ਹੋਏ ਹਨ, ਪਰ ਮੈਂ ਵੇਖਦਾ ਹਾਂ ਇਹਨਾਂ ਦੇ ਮੱਥੇ ਉੱਤੇ ਧਰਮ ਦਾ ਕੋਈ ਨਿਸ਼ਾਨ ਪੈਦਾ ਨਹੀਂ ਹੋਇਆ। ਇਹਨਾਂ ਦੇ ਮੱਥੇ ਉੱਤੇ ਸੱਚ ਦੀ, ਧਰਮ ਦੀ ਕੋਈ ਜੋਤ ਨਹੀਂ ਜਗੀ। ਸਾਧ ਸੰਗਤ ਜੀਓ, ਜੋ ਜੋ ਵੀ ਅਸੀਂ ਧਰਮ ਕਰਮ ਕਰਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਧਰਮ ਕਰਮ ਕਿਉਂ ਕਰ ਰਹੇ ਹਾਂ, ਕਿਸ ਵਾਸਤੇ ਕਰ ਰਹੇ ਹਾਂ। ਇਹ ਧਰਮ ਕਰਮ ਅਸੀਂ ਇਸ ਲਈ ਕਰ ਰਹੇ ਹਾਂ ਕਿ ਇਹਨਾਂ ਧਰਮ ਕਰਮਾਂ ਨੂੰ ਕਰਦਿਆਂ ਕਰਦਿਆਂ ਹੌਲੀ ਹੌਲੀ ਸਾਨੂੰ ਧਰਮ ਦੀ ਸਮਝ ਲੱਗ ਜਾਵੇ। ਅਸਲ ਵਿੱਚ ਅਸਲ ਗੱਲ ਕੀ ਹੈ, ਸਾਨੂੰ ਇਹ ਸਮਝ ਆ ਜਾਵੇ, ਅਸੀਂ ਅਸਲ ਗੱਲ ਤੱਕ ਪਹੁੰਚ ਜਾਈਏ। ਇਸ ਲਈ ਅਸੀਂ ਸਾਰੇ ਧਰਮ ਕਰਮ ਕਰਦੇ ਹਾਂ। ਇਹ ਸਾਰੇ ਧਰਮ ਕਰਮ, ਕੋਈ ਪਾਠ ਕਰਦਾ ਹੈ, ਕੋਈ ਮਾਲਾ ਫੇਰਦਾ ਹੈ, ਕੋਈ ਸੇਵਾ ਕਰਦਾ ਹੈ, ਕੋਈ ਤੀਰਥਾਂ 'ਤੇ ਜਾਂਦਾ ਹੈ। ਇਹ ਸਾਰੇ ਧਰਮ ਕਰਮ ਹੀ ਇੱਕ ਸਾਧਨ ਹਨ। ਇਹ ਸਾਰੇ ਧਰਮ ਕਰਮ ਹੀ ਇੱਕ ਸੂਤਰ ਹਨ। ਜਿਸ ਸੂਤਰ ਨੂੰ ਫੜ ਕੇ, ਜਿਸ ਸੂਤਰ ਦੇ ਆਸਰੇ ਅਸੀਂ ਸੱਚ ਤੱਕ ਪਹੁੰਚ ਸਕੀਏ, ਜਿਸ ਸੂਤਰ ਨੂੰ ਪੜ੍ਹ ਕੇ ਅਸੀਂ ਆਪਣੇ ਆਪ ਦੀ ਤਸੱਲੀ ਤੱਕ ਪਹੁੰਚ ਜਾਈਏ, ਅਸੀਂ ਸੱਚ ਤੱਕ ਪਹੁੰਚ ਜਾਈਏ, ਇਹ ਉਹ ਸੂਤਰ ਹਨ। ਜਦੋਂ ਅਸਲ ਗੱਲ ਸਾਡੇ ਸਮਝ ਵਿੱਚ ਆ ਜਾਂਦੀ ਹੈ, ਜਦੋਂ ਅਸੀਂ ਸੱਚ ਤੱਕ ਪਹੁੰਚ ਜਾਂਦੇ ਹਾਂ, ਫਿਰ ਉਦੋਂ ਇਹਨਾਂ ਧਰਮ ਕਰਮਾਂ ਨੂੰ ਭਾਵੇਂ ਅਸੀਂ ਕਰੀਏ ਭਾਵੇਂ ਨਾ ਕਰੀਏ, ਫਿਰ ਕੋਈ ਫਰਕ ਵੀ ਨਹੀਂ ਪੈਂਦਾ। ਕਿਉਂਕਿ ਗੁਰਬਾਣੀ ਵੀ ਸਾਨੂੰ ਅਜਪਾ ਜਾਪ ਤੱਕ ਲੈ ਕੇ ਜਾਂਦੀ ਹੈ, ਜਾਪ ਤੋਂ ਅਜਪਾ ਜਾਪ ਤੱਕ ਲੈ ਕੇ ਜਾਂਦੀ ਹੈ। ਅਜਪਾ ਜਾਪ ਨਾ ਵਿਸਰੈ। ਅਸਲ ਵਿੱਚ ਜਾਪ ਦਾ ਅਰਥ ਹੈ ਜੋ ਕਰਮ, ਜੋ ਧਰਮ ਕਰਮ ਅਸੀਂ ਸਰੀਰ ਨਾਲ ਕਰਦੇ ਹਾਂ। ਅਸੀਂ ਨਾਮ ਜਪਦੇ ਹਾਂ, ਸਰੀਰ ਨਾਲ ਜਪਦੇ ਹਾਂ। ਅਸੀਂ ਸੇਵਾ ਕਰਦੇ ਹਾਂ, ਸਰੀਰ ਨਾਲ ਕਰਦੇ ਹਾਂ। ਅਸੀਂ ਮਾਲਾ ਫੇਰਦੇ ਹਾਂ, ਪਾਠ ਕਰਦੇ ਹਾਂ, ਸਰੀਰ ਨਾਲ ਕਰਦੇ ਹਾਂ। ਲੇਕਿਨ ਅਜਪਾ ਜਾਪ ਉਹ ਚੀਜ਼ ਹੈ ਜਦੋਂ ਅਸੀਂ ਸਰੀਰ ਨਾਲ ਕੋਈ ਵੀ ਧਰਮ ਦਾ ਕਰਮ ਨਹੀਂ ਕਰ ਰਹੇ ਹੁੰਦੇ, ਜਦੋਂ ਸਰੀਰ ਨਾਲ ਅਸੀਂ ਦੁਨੀਆਦਾਰੀ ਦਾ ਕੋਈ ਹੋਰ ਕੰਮ ਕਰ ਰਹੇ ਹੁੰਦੇ ਹਾਂ, ਲੇਕਿਨ ਸਾਡੇ ਅੰਦਰ ਧਰਮ ਦਾ ਸੰਗੀਤ ਹੁੰਦਾ ਹੈ। ਅੰਦਰੋਂ ਸਾਡੀ ਸੁਰਤ ਸੱਚ ਨਾਲ, ਧਰਮ ਨਾਲ ਜੁੜੀ ਹੁੰਦੀ ਹੈ। ਬਾਹਰੋਂ ਅਸੀਂ ਕੁਝ ਹੋਰ ਕਰ ਰਹੇ ਹਾਂ, ਲੇਕਿਨ ਸਾਡਾ ਅੰਦਰ ਸੱਚ ਨਾਲ, ਇੱਕ ਨਾਲ ਜੁੜਿਆ ਹੋਇਆ ਹੈ। ਸੱਚ ਦਾ ਉਹ ਸੰਗੀਤ ਸਾਡੇ ਅੰਦਰ ਹਮੇਸ਼ਾ ਵੱਜ ਰਿਹਾ ਹੈ। ਇਹ ਅਜਪਾ ਜਾਪ ਹੈ। ਸ਼ਾਇਦ ਇਸੇ ਨੂੰ ਹੀ ਗੁਰੂ ਸਾਹਿਬ ਨੇ ਅਨਹਤ ਨਾਦ ਆਖਿਆ ਹੈ। ਲੇਕਿਨ ਜਦੋਂ ਕਿਸੇ ਨੂੰ ਧਰਮ ਕਰਮ ਦੀ ਸਮਝ ਹੀ ਨਹੀਂ ਲੱਗਦੀ ਕਿ ਮੈਂ ਧਰਮ ਕਰਮ ਕਿਉਂ ਕਰ ਰਿਹਾ ਹਾਂ, ਉਦੋਂ ਫਿਰ ਗੁਰਬਾਣੀ ਇਸ ਤਰ੍ਹਾਂ ਫਰਮਾਨ ਕਰਦੀ ਹੈ। ਸ੍ਰੀ ਕਬੀਰ ਸਾਹਿਬ ਦੇ ਬਚਨ ਹਨ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਭੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜਾ ਸਹਿਜ ਨਾ ਮਿਲਿਓ ਸੋਈ। ਗੁਰਬਾਣੀ ਕਹਿੰਦੀ ਹੈ
ਕਿ ਅਸੀਂ ਪੜ੍ਹਨਾ ਤਾਂ ਇਸ ਲਈ ਸੀ, ਅਸੀਂ ਗਿਆਨ ਦੇ ਗ੍ਰੰਥਾਂ ਨੂੰ ਪੜ੍ਹਨਾ ਤਾਂ ਇਸ ਲਈ ਸੀ ਕਿ ਸਾਨੂੰ ਸਹਿਜ ਮਿਲ ਜਾਵੇ, ਸਾਨੂੰ ਆਪਣੇ ਆਪ ਦੀ ਤਸੱਲੀ ਮਿਲ ਜਾਵੇ, ਸਾਨੂੰ ਆਪਣੇ ਅੰਦਰੋਂ ਆਪਣਾ ਸੱਚ ਮਿਲ ਜਾਵੇ, ਇਸ ਜੀਵਨ ਦਾ ਸੱਚ ਮਿਲ ਜਾਵੇ, ਸਹਿਜ ਮਿਲ ਜਾਵੇ। ਲੇਕਿਨ ਜੇਕਰ ਸਹਿਜ ਸੱਚ ਮਿਲਿਆ ਹੀ ਨਾ ਤਾਂ ਫਿਰ ਗਿਆਨ ਦੇ ਗ੍ਰੰਥਾਂ ਨੂੰ ਪੜ੍ਹਨ ਦਾ ਕੀ ਲਾਭ ਹੈ? ਫਿਰ ਗਿਆਨ ਦੇ ਗ੍ਰੰਥਾਂ ਨੂੰ ਪੜ੍ਹਨ ਦਾ ਕੋਈ ਲਾਭ ਨਹੀਂ। ਅਸਲ ਵਿੱਚ ਹੁੰਦਾ ਇਹ ਹੈ ਕਿ ਅਸੀਂ ਸੰਤ ਦੇ ਬਚਨਾਂ ਨੂੰ, ਗੁਰਬਾਣੀ ਨੂੰ, ਸੰਤ ਦੇ ਪਹਿਰਾਵੇ ਨੂੰ ਉੱਤੋਂ ਵੇਖਦੇ ਹਾਂ। ਅਸੀਂ ਦੂਰੋਂ ਵੇਖਦੇ ਹਾਂ, ਬਾਹਰੋਂ ਵੇਖਦੇ ਹਾਂ। ਅਸੀਂ ਸੰਤ ਦੇ ਬਚਨਾਂ ਵਿੱਚ, ਗੁਰਬਾਣੀ ਦੇ ਬਚਨਾਂ ਵਿੱਚ, ਗੁਰਬਾਣੀ ਦੇ ਹਿਰਦੇ ਵਿੱਚ, ਨਾਮ ਦੇ ਹਿਰਦੇ ਵਿੱਚ ਉਤਰ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਬਾਹਰ ਦੇ ਕਰਮ ਕਰਦੇ ਰਹਿੰਦੇ ਹਾਂ। ਸੰਤ ਨੂੰ ਕਿਸੇ ਪਹਿਰਾਵੇ ਦੀ ਲੋੜ ਨਹੀਂ ਹੁੰਦੀ, ਸੰਤ ਨੂੰ ਕਿਸੇ ਵੀ ਮਰਿਆਦਾ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸੰਤ ਤਾਂ ਪੂਰਨ ਹੋ ਚੁੱਕਾ ਹੁੰਦਾ ਹੈ। ਸੰਤ ਜੇਕਰ ਕੋਈ ਮਰਿਆਦਾ ਦਿੰਦਾ ਹੈ, ਸੰਤ ਜੇਕਰ ਕੋਈ ਪਹਿਰਾਵਾ ਪਹਿਨਦਾ ਵੀ ਹੈ ਤਾਂ ਉਸ ਦਾ ਕਾਰਨ ਹੈ। ਉਹ ਸਾਡੇ ਲਈ ਪਹਿਨਦਾ ਹੈ, ਉਹ ਸਾਨੂੰ ਪਹਿਨਾਉਂਦਾ ਹੈ। ਉਸ ਪਹਿਰਾਵੇ ਦੇ ਅੰਦਰ, ਉਸ ਪਹਿਰਾਵੇ ਦੇ ਪਹਿਨਾਣ ਵਿੱਚ ਸੰਤ ਵੱਲੋਂ ਕੋਈ ਦਿੱਤੀ ਗਈ ਮਰਿਆਦਾ ਦੇ ਵਿੱਚ ਵੀ ਸਾਡੇ ਲਈ ਕੁਝ ਅਰਥ ਹੁੰਦਾ ਹੈ। ਜੇਕਰ ਅਸੀਂ ਉਸ ਅਰਥ ਨੂੰ ਸਮਝ ਲਿਆ ਤਾਂ ਅਸੀਂ ਸੱਚ ਤੱਕ ਪਹੁੰਚ ਸਕਦੇ ਹਾਂ। ਜੇਕਰ ਅਸੀਂ ਕੇਵਲ ਬਾਹਰੋਂ ਹੀ ਪਹਿਰਾਵਾ ਪਹਿਨਦੇ ਰਹੇ, ਮਰਿਆਦਾ ਸਾਂਭਦੇ ਰਹੇ, ਸੰਤ ਦੇ ਬਚਨਾਂ ਨੂੰ ਦੁਹਰਾਉਂਦੇ ਰਹੇ, ਤਾਂ ਫਿਰ ਕਿਤੇ ਵੀ ਨਹੀਂ ਪਹੁੰਚ ਸਕਾਂਗੇ। ਹੁੰਦਾ ਇਹੀ ਹੈ। ਇੱਕ ਕਹਾਣੀ ਹੈ, ਮੈਂ ਆਪ ਜੀ ਨਾਲ ਉਹ ਕਹਾਣੀ ਸਾਂਝੀ ਕਰਾਂਗਾ। ਇੱਕ ਵਾਰ ਇੱਕ ਰਾਜੇ ਨੂੰ ਕਿਸੇ ਸੰਤ ਦੀ ਭਾਲ ਸੀ। ਰਾਜਾ ਉਸ ਸੰਤ ਨੂੰ ਲੱਭਣ ਤੁਰਿਆ। ਪੁੱਛਦੇ ਪਛਾਂਦਿਆਂ ਇੱਕ ਸ਼ਹਿਰ ਵਿੱਚੋਂ ਇਹ ਸੂਹ ਮਿਲੀ ਕਿ ਇੱਥੋਂ ਇੰਨੀ ਦੂਰ ਇੱਕ ਆਸ਼ਰਮ ਹੈ, ਉਸ ਆਸ਼ਰਮ ਵਿੱਚ ਇੱਕ ਸੰਤ ਰਹਿੰਦਾ ਹੈ। ਉਹ ਸੰਤ ਪੂਰਨ ਸੰਤ ਹੈ। ਉਹ ਸੰਤ ਰੱਬ ਹੋ ਗਿਆ ਹੋਇਆ ਮਨੁੱਖ ਹੈ। ਖੈਰ ਪੁੱਛਦੇ ਰਾਜਾ ਉਸ ਆਸ਼ਰਮ ਤੱਕ ਪਹੁੰਚਿਆ। ਅੱਗੇ ਕੀ ਵੇਖਦਾ ਹੈ ਕਿ ਆਸ਼ਰਮ ਦੇ ਵਿਹੜੇ ਵਿੱਚ ਬੈਠਾ ਇੱਕ ਆਦਮੀ ਲੱਕੜਾਂ ਪਾੜ ਰਿਹਾ ਹੈ। ਵਜ਼ੀਰ ਨੇ ਉਸ ਲੱਕੜਾਂ ਪਾੜਨ ਵਾਲੇ ਨੂੰ ਪੁੱਛਿਆ ਕਿ ਅਸੀਂ ਇਸ ਨਾਮ ਦੇ ਸੰਤ ਨੂੰ ਮਿਲਣਾ ਹੈ। ਤਾਂ ਅੱਗੋਂ ਉਹ ਲੱਕੜਾਂ ਪਾੜਨ ਵਾਲਾ ਮਨੁੱਖ ਆਖਣ ਲੱਗਾ ਕਿ ਉਹ ਤਾਂ ਮੈਂ ਹੀ ਹਾਂ। ਆਓ, ਤੁਹਾਡਾ ਇਸ ਆਸ਼ਰਮ ਵਿੱਚ ਸਵਾਗਤ ਹੈ, ਜੀ ਆਇਆਂ ਨੂੰ। ਇਹ ਸੁਣ ਕੇ ਰਾਜੇ ਦੇ ਮਨ ਵਿੱਚ ਸ਼ੰਕਾ ਆਈ। ਰਾਜੇ ਨੇ ਸੋਚਿਆ ਕਿ ਏਡਾ ਵੱਡਾ ਸੰਤ, ਇਸ ਇਲਾਕੇ ਵਿੱਚ ਇੰਨੀ ਪ੍ਰਸ਼ੰਸਾ, ਏਡਾ ਵੱਡਾ ਰੁਤਬਾ, ਏਡਾ ਵੱਡਾ ਨਾਮ, ਪਰ ਪਾੜ ਲੱਕੜਾਂ ਰਿਹਾ ਹੈ। ਖੈਰ ਰਾਜੇ ਨੇ ਉਸ ਸੰਤ ਨੂੰ ਪੁੱਛਿਆ ਕਿ ਸੰਤ ਜੀ, ਤੁਸੀਂ ਇਸ ਆਸ਼ਰਮ ਵਿੱਚ ਕੀ ਕਰਦੇ ਹੋ? ਤਾਂ ਉਸ ਸੰਤ ਦਾ ਜਵਾਬ ਸੀ,
ਰਾਜਾ ਜੀ, ਜਦੋਂ ਭੁੱਖ ਲੱਗਦੀ ਹੈ ਤਾਂ ਰੋਟੀ ਖਾ ਲੈਂਦੇ ਹਾਂ, ਜਦੋਂ ਪਿਆਸ ਲੱਗਦੀ ਹੈ ਤਾਂ ਪਾਣੀ ਪੀ ਲੈਂਦੇ ਹਾਂ, ਜਦੋਂ ਨੀਂਦ ਆਉਂਦੀ ਹੈ ਸੌਂ ਜਾਂਦੇ ਹਾਂ, ਜਾਗ ਆਉਂਦੀ ਹੈ ਤਾਂ ਉੱਠ ਪੈਂਦੇ ਹਾਂ। ਉਸ ਤੋਂ ਬਾਅਦ ਜੀਵਨ ਜਿਉਣ ਲਈ ਜੋ ਜੋ ਕਰਮ ਕਰਨਾ ਪੈਂਦਾ ਹੈ ਉਹ ਕਰਮ ਕਰਦੇ ਹਾਂ ਬਸ। ਤਾਂ ਇਹ ਸੁਣ ਕੇ ਰਾਜਾ ਕਹਿਣ ਲੱਗਾ ਕਿ ਇਹ ਕਰਮ ਤਾਂ ਮੈਂ ਵੀ ਕਰਦਾ ਹਾਂ, ਇਹ ਕੁਝ ਤਾਂ ਸਾਰੀ ਦੁਨੀਆ ਕਰ ਰਹੀ ਹੈ। ਇੱਥੇ ਫਿਰ ਸੰਤ ਨੇ ਕੁਝ ਬਚਨ ਕਹਿ। ਸੰਤ ਕਹਿਣ ਲੱਗਾ, ਨਹੀਂ ਰਾਜਾ ਜੀ, ਦੁਨੀਆ ਵਿੱਚ ਕੋਈ ਵਿਰਲਾ ਵਿਰਲਾ ਇਨਸਾਨ ਇਸ ਤਰ੍ਹਾਂ ਕਰਦਾ ਹੈ, ਸਾਰੇ ਨਹੀਂ। ਕਿਉਂਕਿ ਮੈਂ ਜਦੋਂ ਖਾਣਾ ਖਾਂਦਾ ਹਾਂ ਤਾਂ ਮੈਂ ਕੇਵਲ ਖਾਣਾ ਹੀ ਖਾਂਦਾ ਹਾਂ, ਮੇਰੀ ਸੁਰਤ ਕਿਤੇ ਹੋਰ ਨਹੀਂ ਹੁੰਦੀ, ਕੇਵਲ ਖਾਣੇ ਵਿੱਚ ਹੁੰਦੀ ਹੈ। ਲੇਕਿਨ ਰਾਜਾ ਜੀ, ਤੁਸੀਂ ਜਦੋਂ ਖਾਣਾ ਖਾਂਦੇ ਹੋ ਤਾਂ ਤੁਹਾਡੀ ਸੁਰਤ ਪਤਾ ਨਹੀਂ ਕਿੱਥੇ ਕਿੱਥੇ ਦਸਾਂ ਦਿਸ਼ਾਵਾਂ ਵਿੱਚ ਉੱਡੀ ਫਿਰਦੀ ਹੈ। ਦਸਾਂ ਦਿਸ਼ਾਵਾਂ ਵਿੱਚ ਤੁਸੀਂ ਭਟਕੇ ਰਹਿੰਦੇ ਹੋ। ਇਸੇ ਤਰ੍ਹਾਂ ਹੀ ਸਾਰੀ ਦੁਨੀਆ ਦਾ ਹਾਲ ਹੈ। ਰਾਜਾ ਜੀ, ਮੈਂ ਜਦੋਂ ਸੌਂਦਾ ਹਾਂ ਤਾਂ ਮੈਂ ਕੇਵਲ ਸੌਂਦਾ ਹਾਂ, ਲੇਕਿਨ ਤੁਸੀਂ ਰਾਤ ਵੀ ਸੁਪਨੇ ਵਿੱਚ ਰਹਿੰਦੇ ਹੋ ਅਤੇ ਦਿਨੇ ਵੀ ਸੁਪਨੇ ਵਿੱਚ ਰਹਿੰਦੇ ਹੋ। ਸਾਰੀ ਦੁਨੀਆ ਦਾ ਇਹੀ ਹਾਲ ਹੈ। ਔਰ ਸੁਪਨਾ ਬਿਲਕੁਲ ਵਿਅਰਥ ਚੀਜ਼ ਹੈ। ਹਾਂ, ਕੋਈ ਸੰਕਲਪ ਕਰੋ, ਤੁਹਾਡੇ ਸੰਕਲਪ ਦਾ ਕੋਈ ਮੁੱਲ ਹੋ ਸਕਦਾ ਹੈ, ਪਰ ਦਿਨੇ ਸੁਪਨੇ ਲੈਣੇ, ਰਾਤ ਨੂੰ ਸੁਪਨੇ ਲੈਣੇ, ਇਹ ਵਿਅਰਥ ਦਾ ਕਰਮ ਹੈ। ਸਾਰੀ ਸਾਰੀ ਰਾਤ ਦੁਨੀਆ ਸੁਪਨੇ ਵੇਖਦੀ ਰਹਿੰਦੀ ਹੈ। ਰਾਜਾ ਜੀ, ਮੈਂ ਜਦੋਂ ਉੱਠਦਾ ਹਾਂ ਉਦੋਂ ਅੰਮ੍ਰਿਤ ਵੇਲਾ ਹੁੰਦਾ ਹੈ। ਮੈਂ ਜਦੋਂ ਵੀ ਉੱਠਦਾ ਹਾਂ ਉਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਹੈ। ਪਰ ਤੁਸੀਂ ਸਾਰੀ ਸਾਰੀ ਰਾਤ ਜਾਗਦੇ ਹੋ, ਤੁਹਾਨੂੰ ਨੀਂਦ ਨਹੀਂ ਆਉਂਦੀ। ਬਹੁਤੀ ਦੁਨੀਆ ਦਾ ਇਹ ਕਰਮ ਹੈ, ਸਾਰੀ ਸਾਰੀ ਰਾਤ ਲੋਕ ਜਾਗਦੇ ਹਨ, ਪਰ ਕਿਸੇ ਨੂੰ ਕੋਈ ਅੰਮ੍ਰਿਤ ਦੀ ਸੂਹ ਪਈ, ਕਿਸੇ ਨੂੰ ਕੋਈ ਕਦੀ ਅੰਮ੍ਰਿਤ ਲੱਭਾ, ਕੋਈ ਅਮਰ ਹੋਇਆ? ਨਹੀਂ ਰਾਜਾ ਜੀ, ਕਿਸੇ ਨੂੰ ਅੰਮ੍ਰਿਤ ਨਹੀਂ ਲੱਭਾ। ਮੈਂ ਜਦੋਂ ਉੱਠਦਾ ਹਾਂ ਉਦੋਂ ਅੰਮ੍ਰਿਤ ਵੇਲਾ ਹੁੰਦਾ ਹੈ। ਸਾਰੇ ਅਜਿਹਾ ਕੰਮ ਨਹੀਂ ਕਰਦੇ। ਦੁਨੀਆ ਉੱਤੇ ਕੁਝ ਵਿਰਲੇ ਲੋਕ ਹਨ ਜਿਹੜੇ ਇਸ ਅਵਸਥਾ ਵਿੱਚ, ਇਸ ਸਥਿਤੀ ਤੱਕ ਪਹੁੰਚੇ ਹਨ। ਰਾਜਾ ਜੀ, ਇਹ ਉਸ ਪਰਵਤਗਾਰ ਪਰਮ ਪਿਤਾ ਨੇ ਮੇਰੀ ਤਪੱਸਿਆ ਨੂੰ ਫਲ ਲਾਇਆ ਹੈ। ਬੇਸ਼ੱਕ ਫਲ ਪਰਮਾਤਮਾ ਆਪ ਦਿੰਦਾ ਹੈ, ਤਪੱਸਿਆ ਸਾਨੂੰ ਕਰਨੀ ਪੈਂਦੀ ਹੈ। ਇਹ ਉਸ ਮਾਲਕ ਨੇ ਮੇਰੇ ਤਪ ਨੂੰ ਫਲ ਲਾਇਆ ਹੈ। ਮੈਂ ਇਸ ਅਵਸਥਾ ਤੱਕ, ਆਪਣੇ ਚਿੱਤ ਦੀ ਇਸ ਸਥਿਤੀ ਤੱਕ ਪਹੁੰਚਿਆ ਹਾਂ। ਸਾਧ ਸੰਗਤ ਜੀਓ, ਤਪ ਦਾ ਕੇਵਲ ਇੰਨਾ ਹੀ ਅਰਥ ਹੈ, ਜਿਵੇਂ ਕਿਸੇ ਬੱਚੇ ਨੂੰ ਉਸ ਦੇ ਟੀਚਰ ਨੇ ਪੂਰਨੇ ਪਾ ਕੇ ਦਿੱਤੇ ਹਨ। ਬੱਚਾ ਉਹਨਾਂ ਪੂਰਨਿਆਂ ਉੱਤੇ ਲਿਖਣਾ ਸਿੱਖਦਾ ਹੈ। ਫਿਰ ਬੱਚੇ ਨੂੰ ਹੌਲੀ ਹੌਲੀ ਉਹ ਅੱਖਰ ਲਿਖਣੇ ਆ ਜਾਂਦੇ ਹਨ। ਫਿਰ ਇਹ ਬੱਚਾ ਲਗਾ ਮਾਤਰਾ ਸਿੱਖਦਾ ਹੈ। ਹੌਲੀ ਹੌਲੀ ਇਹ ਅੱਖਰਾਂ ਦੀ ਧੁਨ, ਇਹ ਲਗਾ ਮਾਤਰਾ ਦੀ ਧੁਨ ਬੱਚੇ ਦੇ ਚਿੱਤ ਵਿੱਚ ਬੈਠ ਜਾਂਦੀ ਹੈ, ਪੱਕੀ ਹੋ ਜਾਂਦੀ ਹੈ। ਜਦੋਂ
ਇਹ ਅੱਖਰਾਂ ਦੀ ਧੁਨ, ਲਗਾ ਮਾਤਰਾ ਦੀ ਧੁਨ ਬੱਚੇ ਦੇ ਮਨ ਵਿੱਚ, ਬੱਚੇ ਦੀ ਸੁਰਤ ਵਿੱਚ ਪੱਕੀ ਹੋ ਜਾਂਦੀ ਹੈ, ਤਾਂ ਫਿਰ ਉਸ ਬੱਚੇ ਨੂੰ ਪੂਰਨਿਆਂ ਦੀ ਲੋੜ ਨਹੀਂ ਰਹਿੰਦੀ। ਫਿਰ ਉਹ ਬੱਚਾ ਸਹਿ ਸੁਭਾਅ ਹੀ ਦੁਨੀਆ ਭਰ ਦੀਆਂ ਕਿਤਾਬਾਂ, ਦੁਨੀਆ ਭਰ ਦੀਆਂ ਅਖਬਾਰਾਂ ਨੂੰ ਪਾਣੀ ਵਾਂਗ ਪੜ੍ਹ ਦਿੰਦਾ ਹੈ। ਇਸੇ ਤਰ੍ਹਾਂ ਹੀ ਇਹ ਧਰਮ ਕਰਮ, ਇਹ ਜਪ, ਇਹ ਪਾਠ, ਇਹ ਸਾਰੇ ਧਰਮ ਕਰਮ ਸਾਡੇ ਲਈ ਤਪ ਹਨ। ਲੇਕਿਨ ਅਸੀਂ ਸਦਾ ਤਪ ਵਿੱਚ ਨਹੀਂ ਬੈਠੇ ਰਹਿਣਾ। ਅਸੀਂ ਅਜਪਾ ਜਾਪ ਤੱਕ ਜਾਣਾ ਹੈ। ਅਸੀਂ ਕਰਮ ਤੋਂ ਅਕਰਮ ਤੱਕ ਜਾਣਾ ਹੈ। ਜਿਵੇਂ ਇੱਕ ਸੁਨਿਆਰੇ ਦੇ ਕੋਲ, ਜਿਵੇਂ ਕੋਈ ਸੋਨਾ, ਕੋਈ ਸੋਨੇ ਦੀ ਡਲੀ, ਜਿਵੇਂ ਸੋਨੇ ਦੀ ਡਲੀ ਸੁਨਿਆਰੇ ਦੀ ਕੋਠਾਲੀ ਵਿੱਚ ਪੈ ਕੇ ਗਹਿਣਾ ਬਣ ਜਾਂਦੀ ਹੈ। ਕੋਠਾਲੀ ਵਿੱਚ ਸੋਨਾ ਤਪਿਆ, ਤਪ ਕੇ ਫਿਰ ਗਹਿਣਾ ਬਣ ਗਿਆ। ਜਦੋਂ ਗਹਿਣਾ ਬਣ ਗਿਆ ਤਾਂ ਫਿਰ ਸੁਨਿਆਰੇ ਦੀ ਦੁਕਾਨ ਤੋਂ ਨਿਕਲ ਤੁਰਿਆ ਇਸ ਜਗਤ ਨੂੰ ਹੋਰ ਸੁੰਦਰ ਬਣਾਉਣ ਲਈ। ਇਸੇ ਤਰ੍ਹਾਂ ਹੀ ਅਸੀਂ ਜਾਪ ਤੋਂ, ਕਰਮ ਤੋਂ ਅਕਰਮ ਤੱਕ ਪਹੁੰਚਣਾ ਹੈ, ਅਜਪਾ ਜਾਪ ਤੱਕ ਪਹੁੰਚਣਾ ਹੈ। ਸਲਾਹੀ ਸਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇੱਥੇ ਐਸੀ ਸੁਰਤ ਚਾਹੀਦੀ ਹੈ, ਐਸੀ ਸੁਰਤ ਦਾ ਉਸ ਇੱਕ ਨਾਲ ਜੁੜਿਆ ਹੋਣਾ ਚਾਹੀਦਾ ਹੈ। ਜਿਵੇਂ ਅਣਗਿਣਤ ਨਦੀਆਂ ਇੱਕ ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਹੀ ਹੋ ਜਾਂਦੀਆਂ ਹਨ। ਲੇਕਿਨ ਮੈਨੂੰ ਇਸ ਜਗਤ ਵਿੱਚ ਐਸੀ ਸੁਰਤ ਨਜ਼ਰ ਨਹੀਂ ਆਉਂਦੀ। ਇਸੇ ਭਾਵ ਨੂੰ ਪ੍ਰਗਟ ਕਰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਹੈ। ਕਹਿੰਦੇ ਹਨ ਕਿ ਸ਼ਰਾਵਗ ਸ਼ੁੱਧ ਸਮੂਹ ਸਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਮਹਾਤਮਾ ਬੁੱਧ ਦੇ ਚੇਲੇ, ਭਗਵਾਨ ਮਹਾਵੀਰ ਦੇ ਚੇਲਿਆਂ ਨੂੰ ਅਤੇ ਹੋਰ ਜੋਗੀਆਂ ਦੇ, ਹੋਰ ਸਾਧੂਆਂ ਦੇ ਟੋਲਿਆਂ ਨੂੰ ਮੈਂ ਵੇਖ ਲਿਆ ਹੈ। ਸ਼ਰਾਵਗ ਸੁਧ ਸਮੂਹ ਸੁਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਕ, ਸੰਤ ਸਮੂਹ ਅਨੇਕ ਮਤੀ ਕੇ। ਸੂਰਮਿਆਂ ਨੂੰ, ਉਹਨਾਂ ਸੂਰਮਿਆਂ ਨੂੰ ਵੇਖ ਲਿਆ ਹੈ, ਉਹਨਾਂ ਦੇਵਤਿਆਂ ਨੂੰ ਵੇਖ ਲਿਆ ਹੈ, ਉਹਨਾਂ ਦੈਂਤਾਂ ਨੂੰ ਵੇਖ ਲਿਆ ਹੈ, ਜਿਨ੍ਹਾਂ ਦੇਵਤਿਆਂ ਨੇ ਧੋਖੇ ਨਾਲ ਅਸੁਰਾਂ ਨੂੰ ਸ਼ਰਾਬ ਪਿਆ ਦਿੱਤੀ ਸੀ ਅਤੇ ਆਪ ਅੰਮ੍ਰਿਤ ਪੀ ਲਿਆ ਸੀ। ਮੈਂ ਉਹਨਾਂ ਸੰਤਾਂ ਸਾਧਾਂ ਦੇ, ਉਹਨਾਂ ਦੇਵਤਿਆਂ ਦੇ ਟੋਲੇ ਵੀ ਵੇਖ ਲਏ ਹਨ। ਸ਼ਰਾਵਗ ਸੁਧ ਸਮੂਹ ਸਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਕ, ਸੰਤ ਸਮੂਹ ਅਨੇਕ ਮਤੀ ਕੇ। सारे ही देश को देख रहे हो, मत को न देखित प्राणपति के। श्री भगवान की भाए कृपा होते, एक रति बिन एक रति के। गुरु गोबिंद सिंह जी कहते हैं कि मैं सारिਆਂ ਨੂੰ ਵੇਖ ਲਿਆ ਹੈ, ਕਿਸੇ ਦੇ ਵੀ ਪ੍ਰਾਣ ਉਸ ਮਾਲਕ ਦੇ ਨਾਲ ਜੁੜੇ ਨਹੀਂ, ਕਿਸੇ ਦੇ ਵੀ ਪ੍ਰਾਣ, ਕਿਸੇ ਦੇ ਪ੍ਰਾਣਾਂ ਵਿੱਚ ਉਹ ਨਹੀਂ ਵਸਿਆ। ਠੀਕ ਹੈ, ਬਹੁਤ ਲੋਕ ਧਰਮ ਕਰਮ ਕਰ ਰਹੇ ਹਨ ਅਤੇ ਇਹ ਧਰਮ ਕਰਮ ਕਰਦੇ ਹੋਏ ਵੀ ਇੱਕ ਰਤੀ ਕੁ ਗੱਲ ਸੀ, ਇੱਕ ਛੋਟੀ ਜਿਹੀ ਗੱਲ ਸੀ
ਜੇਕਰ ਸਮਝ ਆ ਜਾਂਦੀ, ਜੇਕਰ ਉਹਦਾ ਭੇਦ ਸਮਝ ਆ ਜਾਂਦਾ ਤਾਂ ਉਹਦੀ ਕਿਰਪਾ ਵਰਸ ਜਾਣੀ ਸੀ। ਲੇਕਿਨ ਉਹ ਭੇਦ ਸਮਝ ਨਾ ਆਉਣ ਕਰਕੇ ਬਸ ਇੱਕ ਰਤੀ ਕੁ ਰਹਿ ਗਏ ਹਨ, ਭਾਵ ਕਿ ਕੁਛ ਵੀ ਨਹੀਂ ਬਣਿਆ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ। ਸਾਧ ਸੰਗਤ ਜੀਓ, ਸੁਰਤ ਦੀ ਉਹ ਇਕਾਗਰਤਾ ਚਾਹੀਦੀ ਹੈ। ਜਿਵੇਂ ਕੋਈ ਸਾਇੰਸਕਾਰ ਸਾਇੰਸ ਦੀ ਖੋਜ ਕਰਦਾ ਹੈ, ਉਹ ਕਿੰਨਾ ਕੁ ਉਸ ਖੋਜ ਵਿੱਚ ਲੀਨ ਹੁੰਦਾ ਹੋਵੇਗਾ, ਕਿੰਨਾ ਕੁ ਇਕਾਗਰ ਚਿੱਤ ਹੁੰਦਾ ਹੋਵੇਗਾ ਕਿ ਉਹਦੀ ਇਕਾਗਰਤਾ ਵਿੱਚੋਂ ਇੱਕ ਚਮਤਕਾਰ ਹੋ ਜਾਂਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਡੇ ਲਈ ਸਾਇੰਸਕਾਰ ਦੀ ਇੱਕ ਖੋਜ ਚਮਤਕਾਰ ਹੀ ਹੈ। ਬੇਸ਼ੱਕ ਸਾਇੰਸ ਦੀ ਕਾਢ ਨੂੰ, ਸਾਇੰਸ ਦੇ ਬਣੇ ਹੋਏ ਪਦਾਰਥ ਨੂੰ ਅਸੀਂ ਸਾਰੇ ਵਰਤਦੇ ਹਾਂ, ਲੇਕਿਨ ਸੋਚ ਕੇ ਵੇਖੋ ਕਿ ਜਿਸ ਦਿਨ ਇਸ ਖੋਜਕਾਰ ਨੇ ਪਹਿਲੇ ਦਿਨ ਇਸ ਚੀਜ਼ ਨੂੰ ਸੋਚਿਆ ਹੋਵੇਗਾ, ਸਾਇੰਸਕਾਰ ਦੇ ਚਿੱਤ ਅੰਦਰ ਇਸ ਖੋਜ ਦਾ ਨਕਸ਼ਾ ਉਭਰਿਆ ਹੋਵੇਗਾ, ਫਿਰ ਇਸ ਨਕਸ਼ੇ ਨੂੰ ਸਾਕਾਰ ਕਰਨ ਲਈ ਹੂ ਬਹੂ ਸਾਕਾਰ ਕਰਨ ਲਈ ਇਹ ਸਾਇੰਸਕਾਰ ਕਿੰਨਾ ਕੁ ਤਪਿਆ ਹੋਵੇਗਾ, ਕਿੰਨਾ ਕੁ ਤੜਫਿਆ ਹੋਵੇਗਾ, ਅਤੇ ਫਿਰ ਇਹ ਸਾਇੰਸ ਦੀ ਖੋਜ ਤਿਆਰ ਹੋਈ ਹੋਵੇਗੀ, ਸਾਕਾਰ ਹੋਈ ਹੋਵੇਗੀ, ਸਾਡੇ ਸਭ ਦੇ ਸਾਹਮਣੇ ਆਈ ਹੋਵੇਗੀ। ਸੋਚ ਕੇ ਵੇਖੋ, ਇਸੇ ਤਰ੍ਹਾਂ ਹੀ ਇਸ ਕੁਦਰਤ ਵਿੱਚ ਸਾਡੇ ਜੀਵਨ ਦਾ ਮਾਮਲਾ ਹੈ। ਜਿਵੇਂ ਜਿਵੇਂ ਸਾਨੂੰ ਸਾਡੇ ਅੰਦਰ ਇਕਾਗਰਤਾ ਮਿਲਦੀ ਜਾਂਦੀ ਹੈ, ਜਿਵੇਂ ਜਿਵੇਂ ਅਸੀਂ ਆਪਣੇ ਆਪ ਨਾਲ ਇਕਾਗਰ ਹੁੰਦੇ ਜਾਂਦੇ ਹਾਂ, ਉਵੇਂ ਉਵੇਂ ਇਸ ਜੀਵਨ ਦੀਆਂ ਬਰੀਕੀਆਂ ਦੀ ਸਮਝ ਲੱਗਦੀ ਹੈ। ਔਰ ਸੱਚ ਇਹ ਵੀ ਹੈ ਕਿ ਜਿਸ ਮਨੁੱਖ ਨੂੰ ਜੀਵਨ ਦੀ ਸਾਇੰਸ ਦੀ ਸਮਝ ਆ ਜਾਂਦੀ ਹੈ, ਉਹ ਮਨੁੱਖ ਇਸ ਜੀਵਨ ਨੂੰ ਪੂਰਾ ਜਿਉਂ ਕੇ ਜਾਂਦਾ ਹੈ, ਅਤੇ ਜਿਸ ਮਨੁੱਖ ਨੂੰ ਸਮਝ ਨਹੀਂ ਲੱਗਦੀ, ਉਹ ਮਨੁੱਖ ਇਸ ਜੀਵਨ ਨੂੰ ਆਪਣੇ ਕੰਧਿਆਂ ਉੱਤੇ ਬਸ ਕੇਵਲ ਢੋ ਕੇ ਹੀ ਚਲਾ ਜਾਂਦਾ ਹੈ, ਉਸ ਨੂੰ ਜੀਣਾ ਆਉਂਦਾ ਹੀ ਨਹੀਂ। ਇਸ ਵਿੱਚ ਕੋਈ ਅਮੀਰੀ ਗਰੀਬੀ ਦਾ ਵੀ ਸਵਾਲ ਨਹੀਂ। ਬਹੁਤ ਸਾਰੇ ਐਸੇ ਗਰੀਬ ਲੋਕ ਹਨ ਜੋ ਜੀਵਨ ਨੂੰ ਹੰਢਾ ਕੇ ਪੂਰਾ ਜੀ ਕੇ ਜਾਂਦੇ ਹਨ, ਅਤੇ ਬਹੁਤ ਉਹ ਅਮੀਰ ਲੋਕ ਹਨ ਜਿਨ੍ਹਾਂ ਨੂੰ ਜੀਵਨ ਦੀ ਕੋਈ ਸਾਰ ਹੀ ਨਹੀਂ, ਜਿਹੜੇ ਜੀਵਨ ਨੂੰ ਕੇਵਲ ਢੋ ਕੇ ਹੀ ਚਲੇ ਜਾਂਦੇ ਹਨ। ਸਾਧ ਸੰਗਤ ਜੀਓ, ਇਕਾਗਰਤਾ ਚਾਹੀਦੀ ਹੈ, ਲੀਨਤਾ ਚਾਹੀਦੀ ਹੈ, ਫਿਰ ਹੀ ਜੀਵਨ ਦੀਆਂ ਬਰੀਕੀਆਂ ਵਿੱਚ, ਜੀਵਨ ਦੇ ਠਹਿਰਾਵ ਵਿੱਚ ਉਤਰ ਸਕੀਦਾ ਹੈ। ਬਹੁਤ ਕੁਝ ਐਸਾ ਹੈ ਜੋ ਜੀਵਨ ਵਿੱਚ ਅਣਦਿਸਦਾ ਹੈ, ਲੇਕਿਨ ਉਹ ਤਾਂ ਹੀ ਦਿਸਦਾ ਹੈ, ਤਾਂ ਹੀ ਸਮਝ ਵਿੱਚ ਆਉਂਦਾ ਹੈ ਜਦੋਂ ਅਸੀਂ ਆਪਣੇ ਆਪ ਵਿੱਚ ਠਹਿਰ ਜਾਂਦੇ ਹਾਂ, ਇਕਾਗਰ ਹੋ ਜਾਂਦੇ ਹਾਂ। ਕਹਿੰਦੇ ਹਨ ਕਿ ਇਸ ਕੁਦਰਤ ਵਿੱਚ ਅਸੀਂ ਸਭ ਲੋਕ ਬਹੁਤ ਜੁੜੇ ਹੋਏ ਹਾਂ। ਅਸੀਂ ਇੰਨੇ ਜੁੜੇ ਹੋਏ ਹਾਂ ਕਿ ਇੱਕ ਬਰੀਕ ਜਿਹੀ ਤੰਦ ਨਾਲ
ਅਸੀਂ ਸਾਰੇ ਬੱਝੇ ਹੋਏ ਹਾਂ। ਕੋਈ ਵੀ ਪਦਾਰਥ, ਕੋਈ ਵੀ ਜੀਵ, ਕੋਈ ਵੀ ਕਿਸੇ ਤੋਂ ਵੱਖ ਨਹੀਂ ਹੈ। ਇੱਥੇ ਅਸੀਂ ਜੀਵ, ਪੇੜ ਪੌਦੇ, ਧਰਤੀ, ਆਕਾਸ਼, ਚੰਨ, ਤਾਰੇ, ਸਾਰੇ ਗ੍ਰਹਿ ਆਪਸ ਵਿੱਚ ਇੱਕ ਬਰੀਕ ਤੰਦ ਨਾਲ ਬੱਝੇ ਹੋਏ ਹਾਂ। ਕੋਈ ਵੀ ਕਿਸੇ ਤੋਂ ਵੱਖ ਨਹੀਂ। ਅਸੀਂ ਇੱਕ ਦੂਜੇ ਨੂੰ ਜੀਵਨ ਦੇ ਰਹੇ ਹਾਂ। ਅਸੀਂ ਇੱਕ ਦੂਜੇ ਤੋਂ ਜੀਵਨ ਲੈ ਰਹੇ ਹਾਂ। ਉਦਾਹਰਨ ਦੇ ਤੌਰ 'ਤੇ ਮਨੁੱਖ ਜੋ ਸਾਹ ਲੈਂਦਾ ਹੈ ਉਹ ਆਕਸੀਜਨ ਗੈਸ ਹੈ, ਅਤੇ ਜੋ ਬਨਸਪਤੀ ਸਾਹ ਲੈਂਦੀ ਹੈ, ਜੋ ਇਹ ਸਾਰੇ ਪੇੜ ਪੌਦੇ ਰੁੱਖ ਸਾਹ ਲੈਂਦੇ ਹਨ, ਉਸ ਗੈਸ ਦਾ ਨਾਂ ਕਾਰਬਨ ਡਾਈਆਕਸਾਈਡ ਹੈ। ਮਨੁੱਖ ਆਕਸੀਜਨ ਆਪਣੇ ਅੰਦਰ ਲੈਂਦਾ ਹੈ ਅਤੇ ਕਾਰਬਨ ਡਾਈਆਕਸਾਈਡ ਬਾਹਰ ਛੱਡਦਾ ਹੈ, ਲੇਕਿਨ ਰੁੱਖ ਕਾਰਬਨ ਡਾਈਆਕਸਾਈਡ ਆਪਣੇ ਅੰਦਰ ਲੈਂਦੇ ਹਨ ਅਤੇ ਆਕਸੀਜਨ ਬਾਹਰ ਛੱਡਦੇ ਹਨ। ਇਸੇ ਤਰ੍ਹਾਂ ਸਾਡਾ ਇਸ ਬਨਸਪਤੀ ਅਤੇ ਜੀਵਾਂ ਦਾ ਆਪਸ ਵਿੱਚ ਲੈਣ ਦੇਣ ਹੈ, ਜੀਵਨ ਦਾ ਲੈਣ ਦੇਣ ਹੈ। ਇਸੇ ਤਰ੍ਹਾਂ ਹੀ ਸਾਰੀ ਕੁਦਰਤ ਵਿੱਚ ਲੈਣ ਦੇਣ ਹੋ ਰਿਹਾ ਹੈ। ਜਿਵੇਂ ਇੱਕ ਸੂਰਜ ਹੈ, ਅਸੀਂ ਸਾਰੇ ਸਭ ਜੀ ਜੰਤ ਉਸ ਸੂਰਜ ਕਰਕੇ ਜਿੰਦਾ ਹਾਂ। ਜੇਕਰ ਸੂਰਜ ਠੰਡਾ ਹੋ ਜਾਵੇ ਤਾਂ ਅਸੀਂ ਸਾਰੇ ਵੀ ਨਹੀਂ ਹੋਵਾਂਗੇ, ਇਹ ਜੀਵਨ ਬੁੱਝ ਜਾਏਗਾ। ਅਸੀਂ ਸਾਰੇ ਸੂਰਜ ਤੋਂ ਜੀਵਨ ਲੈ ਰਹੇ ਹਾਂ। ਸੂਰਜ ਸਾਨੂੰ ਜੀਵਨ ਦੇ ਰਿਹਾ ਹੈ। ਅਸੀਂ ਸੂਰਜ ਦੇ ਆਸਰੇ ਹਾਂ, ਲੇਕਿਨ ਇਸ ਦੇ ਬਦਲੇ ਵਿੱਚ ਸੂਰਜ ਵੀ ਸਾਡੇ ਤੋਂ ਕੁਝ ਲੈ ਰਿਹਾ ਹੈ। ਜੇਕਰ ਅਸੀਂ ਸੂਰਜ ਕਰਕੇ ਜਿੰਦਾ ਹਾਂ ਤਾਂ ਸੂਰਜ ਸਾਡੇ ਸਭ ਕਰਕੇ ਜਿੰਦਾ ਹੈ। ਇਸ ਤਰ੍ਹਾਂ ਇਹ ਸਾਰੀ ਕੁਦਰਤ ਕੋਈ ਵੀ ਕਿਸੇ ਤੋਂ ਵੱਖ ਨਹੀਂ। ਅਸੀਂ ਸਭ ਜੁੜੇ ਹੋਏ ਹਾਂ। ਅਸੀਂ ਇਸ ਕੁਦਰਤ ਵਿੱਚ ਇੱਕ ਪਰਿਵਾਰ ਹਾਂ। ਲੇਕਿਨ ਇਹਨਾਂ ਬਰੀਕੀਆਂ ਦੀ ਸਮਝ, ਜੀਵਨ ਦੀਆਂ ਬਹੁਤ ਸਾਰੀਆਂ ਬਰੀਕ ਗੱਲਾਂ ਦੀ ਸਮਝ ਇਕਾਗਰ ਹੋ ਕੇ, ਆਪਣੀ ਸੁਰਤ ਨੂੰ ਇਕਾਗਰ ਕਰਕੇ ਇੱਕ ਤੱਕ ਪਹੁੰਚ ਕੇ ਹੀ ਪਤਾ ਲੱਗਦਾ ਹੈ। ਇਕਾਗਰਤਾ ਦਾ ਅਰਥ ਹੈ ਆਪਣੇ ਕੇਂਦਰ ਨਾਲ, ਆਪਣੀ ਸੁਰਤ ਵਿੱਚ ਆਪਣੇ ਕੇਂਦਰ ਨਾਲ ਜੁੜਦੇ ਜਾਣਾ, ਆਪਣੇ ਕੇਂਦਰ ਵੱਲ ਵੱਧਦਾ ਜਾਣਾ। ਬਿਲਕੁਲ ਇਸੇ ਤਰ੍ਹਾਂ ਜਿਵੇਂ ਅਸੀਂ ਕਦੀ ਇੱਕ ਲੈਂਸ ਨੂੰ ਸੂਰਜ ਦੀ ਰੋਸ਼ਨੀ ਵਿੱਚ ਖੜਾ ਕਰਦੇ ਹਾਂ ਅਤੇ ਉਹ ਲੈਂਸ ਕਿਰਨਾਂ ਨੂੰ ਇਕੱਠਿਆਂ ਕਰਕੇ ਬਿਲਕੁਲ ਇੱਕ ਬਿੰਦੂ 'ਤੇ ਲੈ ਜਾਂਦਾ ਹੈ, ਅਤੇ ਜਿੱਥੇ ਉਹ ਕਿਰਨਾਂ ਦਾ ਬਿੰਦੂ ਡਿੱਗਦਾ ਹੈ ਉਸ ਜਗ੍ਹਾ ਅੱਗ ਲਾ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਇਕਾਗਰਤਾ ਬਣਦੀ ਹੈ। ਗੁਰਬਾਣੀ ਵਿੱਚ ਇਕਾਗਰਤਾ ਦੀ ਇਸ ਅਵਸਥਾ ਨੂੰ, ਇਸ ਅਵਸਥਾ ਤੱਕ ਪਹੁੰਚ ਜਾਣ ਨੂੰ ਗੁਰੂ ਸਾਹਿਬ, ਗੁਰਬਾਣੀ ਇਸ ਤਰ੍ਹਾਂ ਬਿਆਨ ਕਰਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨ ਆਈ। ਜਦੋਂ ਇੰਨੀ ਗਹਿਰਾਈ ਬਣ ਗਈ, ਜਦੋਂ ਇੰਨੀ ਉਚਾਈ ਬਣ ਗਈ ਤਾਂ ਫਿਰ ਕੋਈ ਬਗਾਨਾ ਨਹੀਂ ਰਹਿੰਦਾ, ਤਾਂ ਫਿਰ ਕੋਈ ਪਰਾਇਆ ਨਹੀਂ ਦਿਸਦਾ। ਕਹਿੰਦੇ ਹਨ ਕਿ ਸਾਗਰ ਦੇ
ਉੱਪਰਲੀ ਤਹਿ ਉੱਤੇ ਲਹਿਰਾਂ ਹੀ ਲਹਿਰਾਂ ਹਨ ਔਰ ਸਭ ਲਹਿਰਾਂ ਵੱਖ-ਵੱਖ ਹਨ, ਪਰ ਸਾਗਰ ਦੇ ਤਲ ਵਿੱਚ, ਸਾਗਰ ਦੀ ਡੂੰਘਾਈ ਵਿੱਚ ਜਿੰਨਾ ਅਸੀਂ ਉਤਰਦੇ ਜਾਵਾਂਗੇ ਓਨਾ ਹੀ ਠਹਿਰਾਵ ਹੈ। ਉੱਥੇ ਕੋਈ ਲਹਿਰ ਨਹੀਂ, ਸਾਗਰ ਬਿਲਕੁਲ ਰੁਕਿਆ ਹੋਇਆ ਹੈ। ਗੁਰਬਾਣੀ ਦਾ ਦੂਜਾ ਫੁਰਮਾਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਹਰਖ ਨਾ ਨਿੰਦਿਆ ਨਾ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਇਹ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਦੋਂ ਕੋਈ ਮਨੁੱਖ ਦੁੱਖ ਅਤੇ ਸੁੱਖ ਤੋਂ ਉੱਚਾ ਹੋ ਗਿਆ, ਜਦੋਂ ਇਹ ਸੋਨਾ ਮਿੱਟੀ ਪ੍ਰਤੀਤ ਹੋਣ ਲੱਗ ਗਿਆ, ਜਦੋਂ ਕੋਈ ਮਨੁੱਖ ਆਪਣੇ ਆਪ ਵਿੱਚ ਇੰਨਾ ਗਹਿਰਾ ਹੋ ਗਿਆ, ਇੰਨਾ ਉੱਚਾ ਉੱਠ ਗਿਆ ਕਿ ਉਸਨੂੰ ਨਿੰਦਿਆ ਅਤੇ ਉਸਤਤ ਵੀ ਬਰਾਬਰ ਦਿਸਣ ਲੱਗੀ, ਖੁਸ਼ੀ ਅਤੇ ਗਮੀ ਵੀ ਬਰਾਬਰ ਨਜ਼ਰ ਆਈ, ਆਸਾ ਅਤੇ ਮਾਸਾ ਤੋਂ ਉੱਚਾ ਉੱਠ ਗਿਆ। ਉਸ ਮਨੁੱਖ ਦੀ ਫਿਰ ਇਕਾਗਰਤਾ ਬਣਦੀ ਹੈ। ਨਾਨਕ ਲੀਨ ਭਿਓ ਗੋਬਿੰਦ, ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਗੁਰੂ ਦੀ ਕਿਰਪਾ ਨਾਲ ਜਿਸ ਨੂੰ ਇਹ ਜੁਗਤ ਲੱਭੀ, ਉਸ ਦੀ ਆਪਣੇ ਆਪ ਵਿੱਚ ਇਕਾਗਰਤਾ ਹੋ ਆਈ, ਉਸ ਦੀ ਆਪਣੇ ਕੇਂਦਰ ਤੱਕ ਲੀਨਤਾ ਹੋ ਆਈ। ਸਲਾਹੀ ਸਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇੱਥੇ ਤੱਕ ਪਹੁੰਚਣ ਲਈ ਐਸੀ ਸੁਰਤ ਚਾਹੀਦੀ ਹੈ ਜਿਵੇਂ ਨਦੀਆਂ ਸਮੁੰਦਰ ਵਿੱਚ ਡਿੱਗ ਕੇ ਸਮੁੰਦਰ ਹੀ ਹੋ ਜਾਂਦੀਆਂ ਹਨ। ਸਮੁੰਦਰ ਵਿੱਚ ਡਿੱਗ ਕੇ ਕੋਈ ਗੰਗਾ ਗੰਗਾ ਨਹੀਂ ਰਹਿੰਦੀ, ਕੋਈ ਬ੍ਰਹਮਪੁੱਤਰ ਨਹੀਂ ਰਹਿੰਦਾ, ਕੋਈ ਰਾਵੀ ਸਤਲੁਜ ਨਹੀਂ ਰਹਿੰਦਾ, ਕੋਈ ਕੋਈ ਦਜਲਾ, ਕੋਈ ਅਟਕ ਨਹੀਂ ਰਹਿੰਦਾ, ਕੋਈ ਦਜਲਾ ਨਹੀਂ ਰਹਿੰਦਾ। ਉੱਥੇ ਸਭ ਸਮੁੰਦਰ ਹੀ ਹੋ ਜਾਂਦੇ ਹਨ। ਜਿਸ ਮਨੁੱਖ ਨੂੰ ਐਸੀ ਅਵਸਥਾ ਮਿਲ ਜਾਂਦੀ ਹੈ, ਜੋ ਇੰਨਾ ਇਕਾਗਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਫਿਰ ਇਹ ਦੁਨੀਆ ਦੇ ਵੱਡੇ ਵੱਡੇ ਰਾਜੇ, ਉਸ ਮਨੁੱਖ ਨੂੰ ਇਸ ਦੁਨੀਆ ਦੇ ਵੱਡੇ ਵੱਡੇ ਧਨੀ ਮਨੁੱਖ, ਜਿਨ੍ਹਾਂ ਕੋਲ ਬਹੁਤ ਧਨ ਪਦਾਰਥ ਹੈ, ਜਿਨ੍ਹਾਂ ਕੋਲ ਅਣਗਿਣਤ ਧਨ ਪਦਾਰਥ ਹੈ, ਐਸੀ ਅਵਸਥਾ ਵਾਲੇ ਮਨੁੱਖ ਨੂੰ ਇਹ ਧਨੀ ਲੋਕ, ਇਹ ਰਾਜੇ ਲੋਕ ਕੀੜੀ ਤੋਂ ਵੀ ਛੋਟੇ ਲੱਗਦੇ ਹਨ। ਕਿਉਂ? ਕਿਉਂਕਿ ਜਿਸ ਮਨੁੱਖ ਦੀ ਸਾਂਝ ਉਸ ਮਾਲਕ ਨਾਲ ਬਣ ਗਈ, ਜਿਸ ਮਾਲਕ ਦਾ ਸਭ ਕੁਝ ਹੈ, ਫਿਰ ਉਹਨੂੰ ਇਹ ਰਾਜੇ ਕੀੜੀ ਤੋਂ ਛੋਟੇ ਜ਼ਰੂਰ ਲੱਗਣਗੇ।
ਲੇਕਿਨ ਇਕਾਗਰਤਾ ਦੀ ਇਹ ਅਵਸਥਾ ਨਾਮ ਦੇ ਸੂਤਰ ਨਾਲ, ਨਾਮ ਦੇ ਸੂਤਰ ਦੀ ਸੇਧ ਵਿੱਚ ਚੱਲ ਕੇ ਲੱਭਦੀ ਹੈ। ਅਤੇ ਜਿਸ ਮਨੁੱਖ ਨੂੰ ਨਾਮ ਦੀ ਜੁਗਤ ਮਿਲ ਜਾਂਦੀ ਹੈ, ਨਾਮ ਦਾ ਭੇਦ ਮਿਲ ਜਾਂਦਾ ਹੈ, ਨਾਮ ਦੇ ਹਿਰਦੇ ਵਿੱਚ ਉਤਰਨਾ ਆ ਜਾਂਦਾ ਹੈ, ਉਸ ਮਨੁੱਖ ਨੂੰ ਇਸ ਦੁਨੀਆ ਦਾ ਸਭ ਕੁਝ ਮਿਲ ਜਾਂਦਾ ਹੈ। ਗੁਰਬਾਣੀ ਦਾ ਸ਼ਬਦ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਜਿਸ ਨੂੰ ਨਾਮ ਦਾ ਭੇਦ ਮਿਲ ਜਾਂਦਾ ਹੈ, ਉਸ ਨੂੰ ਇਸ ਦੁਨੀਆ ਦਾ ਸਭ ਕੁਝ ਮਿਲ ਜਾਂਦਾ ਹੈ। ਉਹ ਆਸਾ ਤੋਂ, ਮਨਸਾ ਤੋਂ, ਇਛਾਵਾਂ ਤੋਂ ਪਾਰ ਹੋ ਜਾਂਦਾ ਹੈ। ਗੁਰਬਾਣੀ ਕਹਿੰਦੀ ਹੈ ਕਿ ਸਭੇ ਥੋਕ ਪ੍ਰਾਪਤੇ, ਜੇ ਆਵੈ ਇੱਕ ਹੱਥ, ਸਲਾਹੀ ਸਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨੋ ਨਾ ਵਿਸਰੈ। ਇੰਨੀਆਂ ਕੁ ਵਿਚਾਰਾਂ, ਗੁਰਬਾਣੀ ਦੀਆਂ ਇੰਨੀਆਂ ਕੁ ਵਿਚਾਰਾਂ ਆਪ ਜੀ ਦੇ ਚਰਨਾਂ ਵਿੱਚ, ਆਪ ਜੀ ਦੇ ਸਨਮੁਖ ਰੱਖੀਆਂ ਹਨ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।